ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਨਵੀਂ ਕਹਾਣੀ। ਉਮੀਦ ਕਰਦੇ ਹਾਂ ਬੇਹੱਦ ਪਸੰਦ ਕਰੋਗੇ ਅਤੇ ਇਹ ਕਹਾਣੀ ਬਹੁਤ ਹੀ ਸੋਹਣੀ ਸਿੱਖਿਆ ਦੇਣ ਵਾਲੀ ਕਹਾਣੀ ਹੈ। ਅਖੀਰ ਤੱਕ ਜ਼ਰੂਰ ਸੁਣੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਹਿੰਮਤ ਕਰਕੇ ਚਰਨਜੀਤ ਕੌਰ ਆਪਣੇ ਬੇਟੇ ਨੂੰ ਫੋਨ ਕਰਦੀ ਹੈ ਤਾਂ ਬੇਟੇ ਨੇ ਅੱਗੋਂ ਖਿੱਝਦੇ ਹੋਏ ਕਿਹਾ ਕਿ ਜਦੋਂ ਮੈਂ ਤੁਹਾਨੂੰ ਇੱਕ ਵਾਰ ਕਹਿ ਦਿੱਤਾ ਹੈ ਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਮੇਰੇ ਤਾਂ ਆਪਣੇ ਹੀ ਖਰਚੇ ਲੋਟ ਨਹੀਂ ਆਉਂਦੇ। ਇਸ ਵਕਤ ਖੁਦ ਦਾ ਹੱਥ ਬਹੁਤ ਤੰਗ ਚੱਲ ਰਿਹਾ ਹੈ ਤੇ ਤੁਹਾਨੂੰ ਇੱਥੇ ਤੀਰਥ ਯਾਤਰਾ 'ਤੇ ਜਾਣ ਦੀ ਪਈ ਹੈ। ਚੁੱਪਚਾਪ ਘਰੇ ਰਹੋ, ਕਿਤੇ ਜਾਣ ਦੀ ਜ਼ਰੂਰਤ ਨਹੀਂ। ਪਿੱਛੋਂ ਚਰਨਜੀਤ ਕੌਰ ਦੀ ਨੂੰਹ ਦੀ ਆਵਾਜ਼ ਆਈ ਕਿ ਤੇਰੀ ਮਾਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਕੋਲ ਪੈਸਿਆਂ ਦਾ ਦਰਖਤ ਲੱਗਿਆ ਹੈ। ਚੁੱਪ ਕਰਕੇ ਪਿੰਡ ਵਿੱਚ ਰਹਿਣ ਅਤੇ ਕਿਤੇ ਜਾਣ ਦੀ ਜਾਂ ਸੈਰ ਸਪਾਟਾ ਕਰਨ ਦੀ ਜ਼ਰੂਰਤ ਨਹੀਂ। ਆਪਣੀ ਭਾਬੀ ਦੀ ਗੱਲ ਸੁਣ ਕੇ ਚਰਨਜੀਤ ਕੌਰ ਦੀ ਬੇਟੀ ਚੁੱਪ ਨਾ ਰਹੀ ਅਤੇ ਉਹ ਆਪਣੀ ਮਾਂ ਤੋਂ ਫੋਨ ਫੜ ਕੇ ਬੋਲੀ, ਵੀਰੇ, ਮਾਂ ਕਿਤੇ ਸੈਰ ਸਪਾਟਾ ਕਰਨ ਦੇ ਲਈ ਨਹੀਂ ਜਾ ਰਹੀ। ਉਹਨਾਂ ਦੀ ਹਮੇਸ਼ਾ ਤੋਂ ਇੱਛਾ ਰਹੀ ਹੈ ਤੀਰਥ ਯਾਤਰਾ ਕਰਨ ਦੀ। ਪਿੰਡ ਵਿੱਚੋਂ ਤੀਰਥ ਯਾਤਰਾ ਲਈ ਬੱਸ ਜਾ ਰਹੀ ਹੈ ਅਤੇ ਮਾਂ ਇਹ ਮੌਕਾ ਗਵਾਉਣਾ ਨਹੀਂ ਚਾਹੁੰਦੀ। ਫੋਨ ਸਪੀਕਰ 'ਤੇ ਸੀ। ਫਿਰ ਰਮਨ ਦੀ ਭਾਬੀ ਗੁਰਵਿੰਦਰ ਤੋਂ ਫੋਨ ਫੜ ਕੇ ਬੋਲਦੀ ਹੈ, ਇੱਕ ਕੰਮ ਕਰ ਰਮਨ, ਜੇ ਤੈਨੂੰ ਮਾਂ ਜੀ ਨੂੰ ਯਾਤਰਾ ਕਰਵਾਉਣ ਦਾ ਇੰਨਾ ਹੀ ਸ਼ੌਕ ਹੈ ਤਾਂ ਤੂੰ ਆਪ ਕਿਉਂ ਨਹੀਂ ਕਰਵਾ ਦਿੰਦੀ? ਸਾਨੂੰ ਕਿਉਂ ਕਹਿ ਰਹੀ ਹੈ? ਤਾਂ ਰਮਨ ਨੇ ਕਿਹਾ, ਭਾਬੀ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਮੈਂ ਕੋਈ ਨੌਕਰੀ ਨਹੀਂ ਕਰਦੀ, ਅਜੇ ਪੜ੍ਹਦੀ ਹਾਂ। ਜੇ ਮੇਰੇ ਹੱਥ ਵਿੱਚ ਪੈਸੇ ਹੁੰਦੇ ਤਾਂ ਮੈਂ ਖੁਦ ਹੀ ਮਾਂ ਨੂੰ ਸਾਰੀਆਂ ਯਾਤਰਾਵਾਂ ਕਰਵਾ ਦਿੰਦੀ। ਤੁਸੀਂ ਦੇਖਿਓ ਭਾਬੀ, ਜਦੋਂ ਮੈਂ ਜੌਬ ਕਰਨ ਲੱਗ ਜਾਵਾਂਗੀ ਤਾਂ ਮੈਂ ਖੁਦ ਹੀ ਮਾਂ ਨੂੰ ਹਰ ਜਗ੍ਹਾ ਘੁਮਾ ਦੇਵਾਂਗੀ। ਆਪਣੀ ਨਨਾਣ ਰਮਨ ਦੀ ਗੱਲ ਸੁਣ ਕੇ ਮਨਪ੍ਰੀਤ ਖਿੜ-ਖਿੜ ਕੇ ਹੱਸਣ ਲੱਗ ਪੈਂਦੀ ਹੈ ਤੇ ਰਮਨ ਦਾ ਮਜ਼ਾਕ ਉਡਾਉਂਦੀ ਹੋਈ ਕਹਿੰਦੀ ਹੈ, ਵਾਹ ਨਨਾਣ ਰਾਣੀਏ, ਬੜੇ ਸੁਪਨੇ ਦੇਖ ਰਹੀ ਹਾਂ ਕਿ ਪਿੰਡ ਵਿੱਚ ਰਹਿ ਕੇ ਤੂੰ ਜੌਬ ਕਰ ਸਕੇਂਗੀ। ਤੂੰ ਤਾਂ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਦੀ। ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਤੂੰ ਜੌਬ ਕਿਵੇਂ ਕਰ ਲਵੇਂਗੀ? ਹਾਂ, ਜੇਕਰ ਮੇਰੀ ਤਰ੍ਹਾਂ ਇੰਗਲਿਸ਼ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੁੰਦੀ ਤੇ ਸ਼ਹਿਰ ਵਿੱਚ ਰਹਿੰਦੀ ਹੁੰਦੀ ਤਾਂ ਸ਼ਾਇਦ ਤੈਨੂੰ ਨੌਕਰੀ ਮਿਲ ਜਾਂਦੀ। ਪਰ ਜਿਸ ਸਕੂਲ ਵਿੱਚ ਤੂੰ ਪੜ੍ਹਦੀ ਹੈ ਉਸ ਸਕੂਲ ਵਿੱਚ ਮੀਂਹ ਪੈਣ 'ਤੇ ਤਾਂ ਛੱਤਾਂ ਤੋਂ ਪਾਣੀ ਚੋਣ ਲੱਗ ਪੈਂਦਾ ਹੈ। ਅਜਿਹੇ ਸਕੂਲ ਵਿੱਚ ਪੜ੍ਹ ਕੇ ਤੂੰ ਨੌਕਰੀ ਕਰੇਂਗੀ? ਭਾਬੀ ਦੀ ਗੱਲ ਸੁਣ ਕੇ ਰਮਨ ਬੋਲੀ, ਹਾਂ ਭਾਬੀ, ਮੈਂ ਇਸੇ ਸਕੂਲ ਵਿੱਚ ਪੜ੍ਹ ਕੇ ਇੱਕ ਦਿਨ ਤੁਹਾਨੂੰ ਨੌਕਰੀ ਕਰਕੇ ਜ਼ਰੂਰ ਦਿਖਾਵਾਂਗੀ। ਮਨਪ੍ਰੀਤ ਨੇ ਫੋਨ ਆਪਣੇ ਪਤੀ ਨੂੰ ਫੜਾ ਦਿੱਤਾ ਅਤੇ ਕਹਿਣ ਲੱਗੀ ਕਿ ਤੁਹਾਡੀ ਮਾਂ ਤੇ ਭੈਣ ਸੱਚਮੁੱਚ ਹੀ ਪਾਗਲ ਹੋ ਗਈਆਂ ਹਨ। ਤੁਹਾਡੀ ਮਾਂ ਨੇ ਤੀਰਥ ਯਾਤਰਾ 'ਤੇ ਜਾਣਾ ਹੈ ਅਤੇ ਤੇਰੀ ਭੈਣ ਦੇ ਸੁਪਨੇ ਬਹੁਤ ਵੱਡੇ ਹਨ। ਇਹ ਦੋਵੇਂ ਹੀ ਮੇਰੇ ਲੈਵਲ ਦੀਆਂ ਨਹੀਂ। ਚੰਗਾ ਹੋਇਆ ਜੋ ਮੈਂ ਉਹਨਾਂ ਨੂੰ ਆਪਣੇ ਨਾਲ ਰੱਖਣ ਤੋਂ ਮਨ੍ਹਾ ਕਰ ਦਿੱਤਾ। ਪਰ ਜੇ ਇਹ ਮੇਰੇ ਕੋਲ ਰਹਿੰਦੀਆਂ ਤਾਂ ਮੈਨੂੰ ਸਮਝ ਨਹੀਂ ਆਉਣਾ ਸੀ ਕਿ ਮੈਂ ਇਹਨਾਂ ਨਾਲ ਕਿਵੇਂ ਡੀਲ ਕਰਾਂ। ਇੱਕ ਤੁਹਾਡੀ ਮਾਂ ਹੈ ਜੋ ਸਿਲਾਈ ਕਰਕੇ ਸੋਚਦੀ ਹੈ ਕਿ ਪਤਾ ਨਹੀਂ ਮੈਂ ਕਿੰਨੀ ਕੁ ਕਮਾਈ ਕਰ ਲਈ, ਅਤੇ ਦੂਜਾ ਤੁਹਾਡੀ ਭੈਣ ਅੰਦਰ ਬਹੁਤ ਜ਼ਿਆਦਾ ਘਮੰਡ ਹੈ। ਫਿਰ ਰਮਨ ਨੇ ਕਿਹਾ, ਭਾਬੀ, ਇਸ ਨੂੰ ਘਮੰਡ ਨਹੀਂ, ਆਤਮ ਵਿਸ਼ਵਾਸ ਕਹਿੰਦੇ ਹਨ ਅਤੇ ਚੰਗਾ ਹੈ ਕਿ ਮੈਂ ਤੁਹਾਡੇ ਕੋਲ ਨਹੀਂ ਰਹਿੰਦੀ। ਆਪਣੀ ਨਨਾਣ ਦੀ ਗੱਲ ਸੁਣ ਕੇ ਮਨਪ੍ਰੀਤ ਨੂੰ ਬਹੁਤ ਗੁੱਸਾ ਆਉਂਦਾ ਹੈ। ਦੂਜੀ ਤਰਫ ਚਰਨਜੀਤ ਕੌਰ ਰਮਨ ਤੋਂ ਫੋਨ ਫੜ ਕੇ ਕੱਟ ਦਿੰਦੀ ਹੈ ਅਤੇ ਰਮਨ ਨੂੰ ਝਿੜਕਣ ਲੱਗ ਜਾਂਦੀ ਹੈ ਕਿ ਤੂੰ ਆਪਣੀ ਭਾਬੀ ਨਾਲ ਵੱਧ ਘੱਟ ਸਵਾਲ ਜਵਾਬ ਕਿਉਂ ਕਰ ਰਹੀ ਹੈ? ਤੂੰ ਥੋੜ੍ਹੀ ਦੇਰ ਚੁੱਪ ਨਹੀਂ ਰਹਿ ਸਕਦੀ? ਫੋਨ ਫੜ ਕੇ ਤੈਨੂੰ ਵਿੱਚ ਗੱਲ ਕਰਨ ਦੀ ਕੀ ਜ਼ਰੂਰਤ ਸੀ? ਰਮਨ ਨੇ ਕਿਹਾ, ਮੰਮੀ, ਤੁਸੀਂ ਦੇਖਿਆ ਨਾ ਵੀਰਾ ਤੇ ਭਾਬੀ ਤੁਹਾਡੇ ਨਾਲ ਕਿਵੇਂ ਗੱਲ ਕਰ ਰਹੀ ਸੀ। ਮੈਥੋਂ ਬਰਦਾਸ਼ਤ ਨਹੀਂ ਹੋਇਆ। ਉਧਰ ਮਨਪ੍ਰੀਤ ਵੀ ਗੁੱਸੇ ਵਿੱਚ ਆਪਣੇ ਪਤੀ ਗੁਰਵਿੰਦਰ ਨੂੰ ਕਹਿੰਦੀ ਹੈ, ਤੁਹਾਡੀ ਭੈਣ ਬਹੁਤ ਬੋਲਦੀ ਹੈ। ਕਿਸੇ ਦਿਨ ਦੋਵਾਂ ਮਾਵਾਂ ਧੀਆਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਅਕਲ ਟਿਕਾਣੇ ਲਿਆਉਣੀ ਪਵੇਗੀ ਅਤੇ ਦੱਸਣਾ ਪਵੇਗਾ ਕਿ ਉਹਨਾਂ ਦੀ ਔਕਾਤ ਕੀ ਹੈ। ਮੇਰੇ ਨਾਲ ਬਰਾਬਰੀ ਕਰ ਰਹੀਆਂ ਹਨ। ਕਿੱਥੇ ਮੈਂ ਸ਼ਹਿਰ ਦੇ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹੀ ਲਿਖੀ ਹਾਂ ਅਤੇ ਸ਼ਹਿਰ ਵਿੱਚ ਰਹਿੰਦੀ ਹਾਂ ਤੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਜੌਬ ਕਰ ਰਹੀ ਹਾਂ, ਅਤੇ ਕਿੱਥੇ ਉਹ ਤੁਹਾਡੀ ਭੈਣ ਜੋ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ। ਉਸ ਦੀ ਫੀਸ ਤੁਹਾਡੀ ਮਾਂ ਸਿਲਾਈ ਕਰਕੇ ਬੜੀ ਮੁਸ਼ਕਲ ਨਾਲ ਭਰਦੀ ਹੈ ਅਤੇ ਜਦੋਂ ਪੈਸੇ ਕੋਲ ਨਹੀਂ ਹੁੰਦੇ ਇੱਧਰੋਂ ਉੱਧਰੋਂ ਪੈਸੇ ਫੜ ਕੇ ਫੀਸ ਭਰਦੀ ਹੈ। ਵੱਡੀਆਂ ਆਈਆਂ ਮੇਰੀ ਬਰਾਬਰੀ ਕਰਨ ਵਾਲੀਆਂ। ਮੈਨੂੰ ਮਿਲ ਲੈਣ ਦਿਓ ਇੱਕ ਵਾਰੀ, ਫਿਰ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਵਾਂਗੀ। ਆਪਣੀ ਪਤਨੀ ਦੀ ਗੱਲ ਸੁਣ ਕੇ ਗੁਰਵਿੰਦਰ ਨੇ ਕਿਹਾ, ਮਨਪ੍ਰੀਤ ਛੱਡ ਨਾ, ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਕਿਉਂ ਆਪਣਾ ਦਿਲ ਜਲਾ ਰਹੀ ਹੈ? ਚੱਲ, ਮੈਂ ਤੇਰੀ ਪਸੰਦ ਦੀ ਗ੍ਰੀਨ ਟੀ ਬਣਾ ਕੇ ਲਿਆਉਂਦਾ ਹਾਂ, ਇਕੱਠੇ ਬੈਠ ਕੇ ਗ੍ਰੀਨ ਟੀ ਨਾਲ ਇੰਜੋਏ ਕਰਾਂਗੇ। ਫਾਲਤੂ ਦੀਆਂ ਗੱਲਾਂ ਨਾਲ ਆਪਣਾ ਮੂਡ ਖਰਾਬ ਨਾ ਕਰ। ਮਨਪ੍ਰੀਤ ਨੇ ਕਿਹਾ, ਗੁਰਵਿੰਦਰ, ਮੈਂ ਤੈਨੂੰ ਦੱਸ ਦਿੱਤਾ ਹੈ ਕਿ ਤੂੰ ਮੰਮੀ ਜੀ ਨੂੰ ਯਾਤਰਾ ਦੇ ਲਈ ਇੱਕ ਵੀ ਪੈਸਾ ਨਹੀਂ ਦੇਵੇਂਗਾ, ਅਤੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਉਹਨਾਂ ਨੂੰ ਪੈਸੇ ਦਿੱਤੇ ਹਨ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।
ਗੁਰਵਿੰਦਰ ਨੇ ਕਿਹਾ, ਤੂੰ ਫਿਕਰ ਨਾ ਕਰ ਡਾਰਲਿੰਗ, ਮੈਂ ਤੇਰੇ ਤੋਂ ਪੁੱਛੇ ਬਿਨਾਂ ਕੁਝ ਵੀ ਨਹੀਂ ਕਰਾਂਗਾ। ਹੌਲੀ ਹੌਲੀ ਵਕਤ ਲੰਘਦਾ ਗਿਆ। ਨੂੰਹ ਪੁੱਤ 2 ਟੁਕ ਵਿੱਚ ਹੀ ਜਵਾਬ ਦੇ ਦਿੰਦੇ ਸੀ। ਰਮਨ ਦੇ ਸਕੂਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਹੁਣ ਉਹ ਕਿਸੇ ਚੰਗੇ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦੀ ਸੀ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ, ਮੇਰੀ ਸਕੂਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਅਤੇ ਹੁਣ ਮੈਂ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਹਾਂ। ਤਾਂ ਚਰਨਜੀਤ ਕੌਰ ਨੇ ਕਿਹਾ ਕਿ ਬੇਟਾ, ਤੇਰੀ ਸਕੂਲ ਦੀ ਪੜ੍ਹਾਈ ਦੀ ਫੀਸ ਤਾਂ ਮੈਂ ਕੱਪੜੇ ਸਿਲਾਈ ਕਰਕੇ ਦੇ ਦਿੰਦੀ ਸੀ, ਪਰ ਤੇਰੇ ਕਾਲਜ ਦੀ ਫੀਸ ਤਾਂ ਬਹੁਤ ਜ਼ਿਆਦਾ ਹੋਵੇਗੀ। ਫਿਰ ਅਸੀਂ ਇੰਨੇ ਪੈਸੇ ਕਿੱਥੋਂ ਲਾਵਾਂਗੇ। ਰਮਨ ਵੀ ਆਪਣੀ ਮਾਂ ਦੀ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਅਤੇ ਉਹ ਵੀਰੇ ਤੋਂ ਵੀ ਪੈਸੇ ਨਹੀਂ ਮੰਗ ਸਕਦੀ ਸੀ। ਇਸ ਲਈ ਉਹ ਆਪਣੀ ਮਾਂ ਦੀ ਗੱਲ ਸੁਣ ਕੇ ਸ਼ਾਂਤ ਹੋ ਜਾਂਦੀ ਹੈ ਕਿ ਮਾਂ ਸਹੀ ਕਹਿ ਰਹੀ ਹੈ ਕਿ ਕਾਲਜ ਦੀ ਫੀਸ ਤਾਂ ਬਹੁਤ ਜ਼ਿਆਦਾ ਹੋਵੇਗੀ। ਇਹ ਸੋਚ ਕੇ ਰਮਨ ਚੁੱਪ ਹੀ ਰਹਿੰਦੀ ਹੈ ਅਤੇ ਰਮਨ ਮਨ ਹੀ ਮਨ ਸੋਚਦੀ ਰਹਿੰਦੀ ਹੈ ਕਿ ਜੇਕਰ ਮੈਂ ਅੱਗੇ ਪੜ੍ਹਾਈ ਨਹੀਂ ਕਰਾਂਗੀ ਤਾਂ ਮੈਨੂੰ ਨੌਕਰੀ ਕਿਵੇਂ ਮਿਲੇਗੀ। ਜੇਕਰ ਮੈਨੂੰ ਕੋਈ ਨੌਕਰੀ ਨਾ ਮਿਲੀ ਤਾਂ ਮੈਂ ਆਪਣੀ ਮਾਂ ਦੀਆਂ ਤੇ ਆਪਣੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਾਂਗੀ। ਜਦੋਂ ਚਰਨਜੀਤ ਆਪਣੀ ਧੀ ਨੂੰ ਉਦਾਸ ਹੋਈ ਨੂੰ ਦੇਖਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਬੇਟਾ, ਤੂੰ ਇੱਕ ਕੰਮ ਕਰ, ਸ਼ਹਿਰ ਕਿਸੇ ਚੰਗੇ ਕਾਲਜ ਵਿੱਚ ਐਡਮਿਸ਼ਨ ਲੈ ਲਾ। ਆਪਣੀ ਮਾਂ ਦੀ ਇਹ ਗੱਲ ਸੁਣ ਕੇ ਰਮਨ ਖੁਸ਼ੀ ਵਿੱਚ ਚਹਿਕ ਉੱਠਦੀ ਹੈ, ਪਰ ਅਗਲੇ ਹੀ ਪਲ ਉਹ ਉਦਾਸ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮਾਂ, ਆਪਾਂ ਕਾਲਜ ਦੀ ਫੀਸ ਕਿਵੇਂ ਭਰਾਂਗੇ। ਤਾਂ ਰਮਨ ਦੀ ਮਾਂ ਨੇ ਕਿਹਾ, ਬੇਟਾ, ਮੇਰੇ ਕੋਲ ਕੁਝ ਜ਼ਿਆਦਾ ਤਾਂ ਨਹੀਂ, ਪਰ ਮੇਰੇ ਕੋਲ ਸੋਨੇ ਦੀਆਂ ਚੂੜੀਆਂ ਅਤੇ ਕਾਂਟੇ ਹਨ। ਮੈਂ ਉਹਨਾਂ ਨੂੰ ਵੇਚ ਕੇ ਤੇਰੀ ਕਾਲਜ ਦੀ ਫੀਸ ਭਰ ਦੇਵਾਂਗੀ। ਤਾਂ ਰਮਨ ਨੇ ਕਿਹਾ, ਮਾਂ ਨਹੀਂ ਨਹੀਂ, ਮੈਂ ਤੁਹਾਡੀਆਂ ਇੰਨੀਆਂ ਕੀਮਤੀ ਚੀਜ਼ਾਂ ਨਹੀਂ ਵੇਚ ਸਕਦੀ। ਤਾਂ ਰਮਨ ਦੀ ਮਾਂ ਨੇ ਕਿਹਾ, ਬੇਟਾ, ਮੈਨੂੰ ਮੇਰੀ ਬੇਟੀ ਨਾਲੋਂ ਜ਼ਿਆਦਾ ਕੋਈ ਵੀ ਚੀਜ਼ ਕੀਮਤੀ ਨਹੀਂ ਹੈ। ਫਿਰ ਬੇਟਾ, ਜਿਵੇਂ ਤੂੰ ਪਿੰਡ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ, ਉੱਦਾਂ ਹੀ ਤੂੰ ਸ਼ਹਿਰ ਵਿੱਚ ਵੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਜਾਵੀਂ। ਇਸ ਨਾਲ ਆਪਣੇ ਖਾਣ ਪੀਣ ਦਾ ਖਰਚਾ ਨਿਕਲਦਾ ਰਹੇਗਾ। ਮੈਂ ਵੀ ਉੱਥੇ ਆਪਣੇ ਨਾਲ ਸਿਲਾਈ ਮਸ਼ੀਨ ਲੈ ਜਾਵਾਂਗੀ ਅਤੇ ਉੱਥੇ ਕੱਪੜੇ ਸਿਲਾਈ ਕਰਨ ਦਾ ਕੰਮ ਕਰ ਲਿਆ ਕਰਾਂਗੀ। ਮੈਂ ਆਪਣੀ ਬੇਟੀ ਦੀ ਪੜ੍ਹਨ ਦੀ ਇੱਛਾ ਜ਼ਰੂਰ ਪੂਰੀ ਕਰਾਂਗੀ, ਕਿਉਂਕਿ ਬੇਟਾ ਮੇਰੀ ਵੀ ਇਹੀ ਇੱਛਾ ਹੈ ਕਿ ਤੂੰ ਪੜ੍ਹ ਲਿਖ ਕੇ ਨੌਕਰੀ ਕਰੇ। ਕਿਉਂ ਬੇਟਾ, ਤੂੰ ਮੇਰੀ ਗੱਲ ਮੰਨੇਗੀ ਨਾ। ਰਮਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਅਤੇ ਉਹ ਆਪਣੀ ਮਾਂ ਨੂੰ ਜੱਫੀ ਪਾ ਲੈਂਦੀ ਹੈ ਤੇ ਕਹਿੰਦੀ ਹੈ, ਹਾਂ ਮਾਂ, ਮੈਂ ਪੂਰਾ ਮਨ ਲਗਾ ਕੇ ਪੜ੍ਹਾਈ ਕਰਾਂਗੀ ਅਤੇ ਇੱਕ ਦਿਨ ਮੈਂ ਜ਼ਰੂਰ ਨੌਕਰੀ ਕਰਾਂਗੀ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦੇਵਾਂਗੀ। ਮੈਂ ਤੁਹਾਨੂੰ ਸਾਰੇ ਸੁੱਖ ਦੇਵਾਂਗੀ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਮਾਂ, ਤੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਤਕਲੀਫਾਂ ਝੱਲੀਆਂ ਹਨ। ਜਾਣਦਾ ਤਾਂ ਵੀਰਾ ਵੀ ਸਭ ਕੁਝ ਹੈ, ਪਰ ਉਹ ਨੌਕਰੀ ਮਿਲਣ ਤੋਂ ਬਾਅਦ ਪਤਾ ਨਹੀਂ ਕਿਉਂ ਸਭ ਕੁਝ ਭੁੱਲ ਕੇ ਆਪਣੀ ਹੀ ਦੁਨੀਆ ਵਿੱਚ ਮਸਤ ਹੋ ਗਿਆ ਹੈ। ਉਸ ਨੂੰ ਆਪਣੀ ਕੋਈ ਫਿਕਰ ਨਹੀਂ ਹੈ। ਫਿਰ ਕੁਝ ਦਿਨਾਂ ਬਾਅਦ ਰਮਨ ਵਧੀਆ ਕਾਲਜ ਵਿੱਚ ਐਡਮਿਸ਼ਨ ਲੈ ਲੈਂਦੀ ਹੈ। ਰਮਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਇਸ ਲਈ ਉਸ ਨੂੰ ਕਾਲਜ ਵੱਲੋਂ ਸਕਾਲਰਸ਼ਿਪ ਵੀ ਮਿਲ ਜਾਂਦੀ ਹੈ। ਹੁਣ ਰਮਨ ਖੂਬ ਮਨ ਲਗਾ ਕੇ ਪੜ੍ਹਾਈ ਕਰਦੀ ਸੀ ਅਤੇ ਆਪਣੀ ਮਾਂ ਨਾਲ ਘਰ ਦੇ ਸਾਰੇ ਕੰਮ ਵੀ ਕਰਵਾਉਂਦੀ ਸੀ ਤੇ ਸ਼ਾਮ ਨੂੰ ਮੁਹੱਲੇ ਦੇ ਛੋਟੇ ਛੋਟੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਸੀ। ਰਮਨ ਦੀ ਮਾਂ ਵੀ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਨ ਲੱਗ ਪਈ। ਹੁਣ ਉਹਨਾਂ ਦੇ ਘਰ ਦਾ ਖਰਚਾ ਅਤੇ ਕਮਰੇ ਦਾ ਕਿਰਾਇਆ ਆਸਾਨੀ ਨਾਲ ਨਿਕਲ ਜਾਂਦਾ ਸੀ। ਇੱਕ ਦਿਨ ਚਰਨਜੀਤ ਦੇ ਬੇਟੇ ਅਤੇ ਨੂੰਹ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਬੇਟਾ ਗੁੱਸੇ ਵਿੱਚ ਆਪਣੀ ਮਾਂ ਨੂੰ ਫੋਨ ਕਰਦਾ ਹੈ, ਮਾਂ, ਤੂੰ ਪਾਗਲ ਹੋ ਗਈ ਹੈ, ਜੋ ਸ਼ਹਿਰ ਲਿਜਾ ਕੇ ਰਮਨ ਨੂੰ ਪੜ੍ਹਾ ਰਹੀ ਹੈ ਅਤੇ ਇੰਨੀ ਮਿਹਨਤ ਕਰਕੇ ਉਸ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ ਹੈ। ਉਹ ਤਾਂ ਪਰਾਈ ਹੈ ਅਤੇ ਇੱਕ ਦਿਨ ਉਸਨੇ ਪਰਾਏ ਘਰ ਚਲੀ ਜਾਣਾ ਹੈ। ਜੇਕਰ ਉਹ ਨੌਕਰੀ ਵੀ ਕਰੇਗੀ ਤਾਂ ਤੈਨੂੰ ਕੀ ਫਾਇਦਾ ਹੋਵੇਗਾ। ਉਹ ਤਾਂ ਆਪਣੇ ਸਹੁਰੇ ਪਰਿਵਾਰ ਨੂੰ ਪੈਸੇ ਦੇਵੇਗੀ। ਚਰਨਜੀਤ ਨੂੰ ਆਪਣੇ ਬੇਟੇ ਦੀ ਗੱਲ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਕਹਿੰਦੀ ਹੈ, ਬੇਟਾ, ਪੜ੍ਹਾਇਆ ਤਾਂ ਤੈਨੂੰ ਵੀ ਬਹੁਤ ਮਿਹਨਤ ਕਰਕੇ ਸੀ, ਤੂੰ ਮੈਨੂੰ ਕੀ ਦਿੱਤਾ। ਜੇਕਰ ਮੈਂ ਬੇਟੀ ਨੂੰ ਪੜ੍ਹਾ ਲਵਾਂਗੀ ਅਤੇ ਉਹ ਵਿਆਹ ਕੇ ਦੂਜੇ ਘਰ ਚਲੀ ਜਾਵੇਗੀ ਤਾਂ ਤੂੰ ਵੀ ਤਾਂ ਮੈਨੂੰ ਛੱਡ ਕੇ ਚਲਾ ਹੀ ਗਿਆ ਹੈ। ਤੂੰ ਕਿਹੜਾ ਸਾਡਾ ਹਾਲ ਪੁੱਛਦਾ ਹੈ। ਜੇਕਰ ਤੂੰ ਸਾਡੀ ਮਦਦ ਨਹੀਂ ਕਰ ਸਕਦਾ ਤਾਂ ਫੋਨ ਲਾ ਕੇ ਸਾਨੂੰ ਪਰੇਸ਼ਾਨ ਤਾਂ ਨਾ ਕਰ। ਤਾਂ ਪਿੱਛੋਂ ਉਸਦੀ ਨੂੰਹ ਦੀ ਆਵਾਜ਼ ਆਉਂਦੀ ਹੈ। ਉਹ ਕਹਿੰਦੀ ਹੈ, ਗੁਰਵਿੰਦਰ, ਤੇਰੀ ਮਾਂ ਪਾਗਲ ਹੋ ਗਈ ਹੈ, ਕਰ ਲੈਣ ਦੇ ਇਸ ਨੂੰ ਆਪਣੀ ਮਰਜ਼ੀ। ਦੇਖਦੇ ਹਾਂ ਇਸ ਦੀ ਬੇਟੀ ਇਹ ਕਿਹੜੀ ਨੌਕਰੀ ਕਰੇਗੀ। ਪਰ ਜੇ ਉਹ ਪੜ੍ਹ ਲਿਖ ਕੇ 5-10 ਹਜ਼ਾਰ ਵਾਲੀ ਨੌਕਰੀ 'ਤੇ ਲੱਗ ਵੀ ਗਈ ਤਾਂ ਇਸ ਨਾਲ ਤਾਂ ਸਿਰਫ ਘਰ ਦੇ ਖਰਚੇ ਹੀ ਪੂਰੇ ਹੁੰਦੇ ਹਨ, ਜ਼ਿੰਦਗੀ ਨਹੀਂ ਜਿਉਈ ਜਾਂਦੀ। ਘਰ ਦੇ ਖਰਚੇ ਵੀ ਬੜੀ ਮੁਸ਼ਕਲ ਨਾਲ ਪੂਰੇ ਹੁੰਦੇ ਹਨ। ਅੱਜ ਦੇਖੋ, ਹਾਈ ਸੁਸਾਇਟੀ ਵਿੱਚ ਮੇਰੇ ਕੋਲ ਪੂਰੇ 5 ਕਮਰਿਆਂ ਵਾਲਾ ਘਰ ਹੈ। ਆਪਾਂ ਦੋਵੇਂ ਹਸਬੈਂਡ ਵਾਈਫ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਕਰਦੇ ਹਾਂ। ਘਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਹਨ, ਕੋਈ ਸਟਰਗਲ ਨਹੀਂ ਹੈ ਆਪਣੀ ਲਾਈਫ ਵਿੱਚ। ਭਾਬੀ ਦੀ ਗੱਲ ਸੁਣ ਕੇ ਰਮਨ ਫੋਨ ਕੱਟ ਦਿੰਦੀ ਹੈ ਅਤੇ ਆਪਣੀ ਮਾਂ ਨੂੰ ਗੁੱਸੇ ਵਿੱਚ ਕਹਿੰਦੀ ਹੈ, ਮਾਂ, ਤੁਹਾਨੂੰ ਕਿੰਨੇ ਵਾਰ ਮਨਾ ਕੀਤਾ ਹੈ, ਕੀ ਤੁਸੀਂ ਭਾਬੀ ਦੇ ਤਾਨੇ ਮਿਹਣੇ ਸੁਣਨ ਵਾਸਤੇ ਹੀ ਗੱਲ ਕਰਦੇ ਹੋ। ਫਿਰ ਦੁਬਾਰਾ ਤੋਂ ਗੁਰਵਿੰਦਰ ਦਾ ਫੋਨ ਆਉਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਮਾਂ, ਤੁਸੀਂ ਮੇਰਾ ਫੋਨ ਕਿਉਂ ਕੱਟ ਦਿੱਤਾ। ਅਸਲ ਗੱਲ ਤਾਂ ਤੁਸੀਂ ਸੁਣੀ ਹੀ ਨਹੀਂ। ਸਾਡੇ ਦੋਹਾਂ ਦੀ ਮੈਰਿਜ ਐਨਵਰਸਰੀ ਆ ਰਹੀ ਹੈ। ਅਸੀਂ ਬਹੁਤ ਵੱਡਾ ਫੰਕਸ਼ਨ ਕਰ ਰਹੇ ਹਾਂ ਤੇ ਤੁਹਾਨੂੰ ਵੀ ਫੰਕਸ਼ਨ ਵਿੱਚ ਇਨਵਾਈਟ ਕੀਤਾ ਹੈ।
ਬੇਟੇ ਦੀ ਗੱਲ ਸੁਣ ਕੇ ਚਰਨਜੀਤ 1 ਮਿੰਟ ਲਈ ਚੁੱਪ ਹੋ ਜਾਂਦੀ ਹੈ। ਉਸ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਜਵਾਬ ਦੇਵਾਂ। ਤਾਂ ਅੱਗੋਂ ਗੁਰਵਿੰਦਰ ਬੋਲਿਆ, ਮਾਂ, ਉਹ ਮਾਂ ਕਿੱਥੇ ਗੁਆਚ ਗਈ? ਤੁਸੀਂ ਮੇਰੀ ਗੱਲ ਤਾਂ ਸੁਣ ਰਹੇ ਹੋ? ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈ। ਮੈਂ ਤੁਹਾਨੂੰ ਹੁਣੇ ਹੀ ਇਨਵਾਈਟ ਕਰ ਲਿਆ ਹੈ ਤੇ ਆਨਲਾਈਨ ਟਿਕਟਾਂ ਭੇਜ ਦੇਵਾਂਗਾ। ਇਹ ਕਹਿ ਕੇ ਗੁਰਵਿੰਦਰ ਨੇ ਫੋਨ ਕੱਟ ਦਿੱਤਾ। ਫਿਰ ਚਰਨਜੀਤ ਕੌਰ ਆਪਣੀ ਬੇਟੀ ਰਮਨ ਨੂੰ ਕਹਿਣ ਲੱਗੀ, ਰਮਨ ਬੇਟਾ, ਤੇਰੇ ਵੀਰੇ ਗੁਰਵਿੰਦਰ ਨੇ ਆਪਾਂ ਦੋਹਾਂ ਨੂੰ ਆਪਣੀ ਮੈਰਿਜ ਐਨਵਰਸਰੀ 'ਤੇ ਇਨਵਾਈਟ ਕੀਤਾ ਹੈ। ਉਸਨੇ ਆਪਣੀਆਂ ਦਿੱਲੀ ਦੀਆਂ ਟਿਕਟਾਂ ਵੀ ਕਰਵਾ ਦਿੱਤੀਆਂ ਹਨ। ਹੁਣ ਆਪਾਂ ਨੂੰ ਜਾਣਾ ਪਵੇਗਾ। ਤਾਂ ਰਮਨ ਨੇ ਕਿਹਾ, ਮਾਂ, ਵੀਰੇ ਨੇ ਆਪਣੇ ਤੋਂ ਬਿਨਾਂ ਪੁੱਛੇ ਟਿਕਟਾਂ ਕਿਉਂ ਕਰਵਾਈਆਂ? ਟਿਕਟ ਕਰਵਾਉਣ ਤੋਂ ਪਹਿਲਾਂ ਆਪਾਂ ਨੂੰ ਪੁੱਛਣਾ ਚਾਹੀਦਾ ਸੀ। ਮੈਂ ਨਹੀਂ ਜਾਣਾ ਉਹਨਾਂ ਦੇ ਘਰ। ਤਾਂ ਰਮਨ ਦੀ ਮੰਮੀ ਨੇ ਕਿਹਾ, ਨਹੀਂ ਬੇਟਾ, ਇਸ ਤਰ੍ਹਾਂ ਨਹੀਂ ਕਹਿੰਦੇ ਹੁੰਦੇ। ਉਹਨਾਂ ਨੇ ਆਪਾਂ ਨੂੰ ਪਿਆਰ ਨਾਲ ਬੁਲਾਇਆ ਹੈ ਤਾਂ ਜਾਣਾ ਹੀ ਪਵੇਗਾ। ਰਮਨ ਨੇ ਕਿਹਾ, ਪਰ ਮਾਂ, ਇੱਧਰ ਮੇਰੀ ਪੜ੍ਹਾਈ, ਬੱਚਿਆਂ ਦੀ ਟਿਊਸ਼ਨ ਤੇ ਤੁਹਾਡਾ ਸਿਲਾਈ ਦਾ ਕੰਮ ਰੁਕ ਜਾਵੇਗਾ। ਸਭ ਕੁਝ ਕਿਵੇਂ ਮੈਨੇਜ ਕਰਾਂਗੇ? ਚਰਨਜੀਤ ਕੌਰ ਨੇ ਕਿਹਾ, ਕੋਈ ਨਾ ਬੇਟਾ, ਆਪਾਂ ਜ਼ਿਆਦਾ ਦਿਨ ਨਹੀਂ ਰਹਿੰਦੀਆਂ। ਬਸ ਸਿਰਫ 2 ਕੁ ਦਿਨ ਰਹਾਂਗੇ ਅਤੇ ਫਿਰ ਵਾਪਸ ਆ ਜਾਵਾਂਗੇ। ਰਮਨ ਆਪਣੀ ਮਾਂ ਦੇ ਜ਼ਿਆਦਾ ਜਿੱਦ ਕਰਨ ਤੇ ਆਪਣੇ ਵੀਰੇ ਭਾਬੀ ਦੇ ਘਰ ਜਾਣ ਲਈ ਤਿਆਰ ਹੋ ਜਾਂਦੀ ਹੈ। ਜਿਵੇਂ ਹੀ ਚਰਨਜੀਤ ਕੌਰ ਅਤੇ ਰਮਨ ਗੁਰਵਿੰਦਰ ਦੇ ਘਰ ਪਹੁੰਚਦੀਆਂ ਹਨ, ਗੁਰਵਿੰਦਰ ਤੇ ਮਨਪ੍ਰੀਤ ਸੋਫੇ ਤੇ ਬੈਠੇ ਹੋਏ ਸਨ। ਸੱਚਮੁੱਚ ਗੁਰਵਿੰਦਰ ਦਾ ਘਰ ਬਹੁਤ ਹੀ ਆਲੀਸ਼ਾਨ ਹੈ। ਘਰ ਵਿੱਚ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਪਈਆਂ ਹਨ। ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਤੇ 3-3 ਨੌਕਰ ਰੱਖੇ ਹੋਏ ਹਨ। ਰਮਨ ਤੇ ਚਰਨਜੀਤ ਚੁੱਪ-ਚਾਪ ਜਾ ਕੇ ਸੋਫੇ ਤੇ ਬੈਠ ਜਾਂਦੀਆਂ ਹਨ ਅਤੇ ਉਧਰ ਮਨਪ੍ਰੀਤ ਵੀ ਫਾਰਮੈਲਿਟੀ ਲਈ ਆਪਣੀ ਸੱਸ ਦੇ ਪੈਰ ਛੂੰਹਦੀ ਹੈ ਅਤੇ ਰਮਨ ਨੂੰ ਮਿਲਦੀ ਹੈ। ਮਨਪ੍ਰੀਤ ਫੇਰ ਆਪਣੇ ਨੌਕਰ ਨੂੰ ਆਵਾਜ਼ ਦਿੰਦੀ ਹੈ ਤੇ ਕਹਿੰਦੀ ਹੈ ਕਿ 2 ਕੱਪ ਚਾਹ ਲੈ ਕੇ ਆ ਅਤੇ ਮੈਂ ਚਾਹ ਨਹੀਂ ਪੀਂਦੀ, ਮੇਰੇ ਲਈ ਗ੍ਰੀਨ ਟੀ ਲੈ ਆਵੀਂ। ਅਤੇ ਗ੍ਰੀਨ ਟੀ ਪੀਣ ਤੋਂ ਬਾਅਦ ਕਹਿੰਦੀ ਹੈ, ਚਲੋ ਮੰਮੀ ਜੀ, ਮੈਂ ਤੁਹਾਨੂੰ ਤੁਹਾਡਾ ਕਮਰਾ ਦਿਖਾ ਦਿੰਦੀ ਹਾਂ। ਉਹ ਕਮਰਾ ਘਰ ਵਿੱਚੋਂ ਸਭ ਤੋਂ ਛੋਟਾ ਕਮਰਾ ਹੁੰਦਾ ਹੈ ਤੇ ਉਸ ਵਿੱਚ ਸਟੋਰ ਦਾ ਸਮਾਨ ਵੀ ਰੱਖਿਆ ਹੋਇਆ ਸੀ। ਸੱਸ ਦਾ ਸਮਾਨ ਉਸ ਕਮਰੇ ਵਿੱਚ ਰੱਖ ਕੇ ਮਨਪ੍ਰੀਤ ਕਹਿਣ ਲੱਗੀ, ਮਾਂ ਜੀ, ਬਾਕੀ ਕਮਰੇ ਮੈਂ ਆਪਣੇ ਪੇਕੇ ਵਾਲਿਆਂ ਵਾਸਤੇ ਰੱਖੇ ਹਨ। ਤੁਸੀਂ ਇਸ ਕਮਰੇ 'ਚ ਰਹਿ ਲੈਣਾ। ਵੈਸੇ ਵੀ ਤੁਹਾਨੂੰ ਪਿੰਡ ਵਿੱਚ ਛੋਟੇ ਜਿਹੇ ਕਮਰੇ ਵਿੱਚ ਰਹਿਣ ਦੀ ਆਦਤ ਹੈ। ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਇਸ ਕਮਰੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਚਰਨਜੀਤ ਕੌਰ ਨੂੰ ਕਿਸੇ ਵੀ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ ਅਤੇ ਉਹ ਚੁੱਪ ਰਹਿੰਦੀ ਹੈ। ਅਗਲੇ ਦਿਨ ਐਨਵਰਸਰੀ ਦੀ ਪਾਰਟੀ ਸੀ। ਪਾਰਟੀ ਦੀਆਂ ਤਿਆਰੀਆਂ ਬਹੁਤ ਜ਼ੋਰਾਂ 'ਤੇ ਚੱਲ ਰਹੀਆਂ ਸਨ। ਮਨਪ੍ਰੀਤ ਦੇ ਪੇਕਿਆਂ ਵਾਲੇ ਵੀ ਆ ਚੁੱਕੇ ਸਨ। ਸਾਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਮਨਪ੍ਰੀਤ ਦੇ ਭੈਣ, ਭਰਾ, ਭਾਬੀ, ਮਾਂ ਅਤੇ ਆਂਢ-ਗੁਆਂਢ ਵਾਲੇ ਤੇ ਹੋਰ ਸਾਰੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸਨ। ਮਨਪ੍ਰੀਤ ਦੇ ਆਫਿਸ ਦੇ ਸਾਰਾ ਸਟਾਫ ਵੀ ਆਇਆ ਹੋਇਆ ਸੀ। ਜ਼ਿਆਦਾ ਮਹਿਮਾਨਾਂ ਦੀ ਵਜ੍ਹਾ ਕਰਕੇ ਮਨਪ੍ਰੀਤ ਨੂੰ ਬਹੁਤ ਜ਼ਿਆਦਾ ਕੰਮ ਸੀ। ਫਿਰ ਉਹ ਆਪਣੀ ਸੱਸ ਚਰਨਜੀਤ ਕੌਰ ਦੇ ਕਮਰੇ ਵਿੱਚ ਜਾਂਦੀ ਹੈ ਤੇ ਕਹਿੰਦੀ ਹੈ, ਅੱਜ ਤੁਹਾਡੇ ਬੇਟੇ ਤੇ ਨੂੰਹ ਦੀ ਐਨਵਰਸਰੀ ਹੈ। ਘਰ ਵਿੱਚ ਕਿੰਨੇ ਜ਼ਿਆਦਾ ਮਹਿਮਾਨ ਆਏ ਹਨ। ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੇ ਘਰ ਆਈਆਂ ਹਾਂ ਕਿ ਕੋਈ ਕੰਮ ਧੰਦੇ ਵਿੱਚ ਹੱਥ ਵਟਾ ਦਈਏ? ਮੰਮੀ ਜੀ, ਜਲਦੀ ਨਾਲ ਤੁਸੀਂ ਦੋਵੇਂ ਰਸੋਈ ਵਿੱਚ ਚਲੀਆਂ ਜਾਓ, ਤੁਹਾਡੀ ਜ਼ਰੂਰਤ ਹੈ। ਬਾਹਰ ਮਹਿਮਾਨ ਬੈਠੇ ਹਨ, ਸਭ ਨੂੰ ਚਾਹ ਨਾਸ਼ਤਾ ਦੇਣਾ ਹੈ। ਪਿੱਛੋਂ ਗੁਰਵਿੰਦਰ ਆ ਕੇ ਬੋਲਿਆ, ਹਾਂ ਹਾਂ ਮਾਂ, ਅੱਜ ਬਹੁਤ ਕੰਮ ਹੈ, ਥੋੜ੍ਹਾ ਬਹੁਤ ਕੰਮ ਕਰ ਲਓ। ਜਦੋਂ ਦੇ ਆਏ ਹੋ ਅੰਦਰ ਹੀ ਬੈਠੇ ਹੋ। ਰਮਨ ਨੂੰ ਆਪਣੇ ਭਰਾ ਤੇ ਭਾਬੀ ਦਾ ਬਿਹੇਵ ਚੰਗਾ ਨਹੀਂ ਲੱਗਦਾ, ਕਿਉਂਕਿ ਭਾਬੀ ਦੇ ਆਪਣੇ ਪੇਕੇ ਤਾਂ ਸਾਰੇ ਆਰਾਮ ਨਾਲ ਸੋਫੇ ਤੇ ਬੈਠੇ ਸੀ ਤੇ ਭਾਬੀ ਮੇਰੀ ਬੁੱਢੀ ਮਾਂ ਨੂੰ ਕੰਮ ਕਰਨ ਦੇ ਲਈ ਕਹਿ ਰਹੀ ਸੀ। ਫਿਰ ਰਮਨ ਕੁਝ ਸੋਚਣ ਤੋਂ ਬਾਅਦ ਬੋਲਦੀ ਹੈ ਕਿ ਚਲੋ ਭਾਬੀ, ਮੈਂ ਤੁਹਾਡੇ ਨਾਲ ਚੱਲਦੀ ਹਾਂ ਅਤੇ ਮੈਨੂੰ ਦੱਸੋ ਕੀ ਕੰਮ ਕਰਨਾ ਹੈ ਤੇ ਮਾਂ ਨੂੰ ਫਿਲਹਾਲ ਬੈਠਕ ਵਿੱਚ ਹੀ ਬੈਠੇ ਰਹਿਣ ਦਿਓ ਅਤੇ ਉਹ ਮਹਿਮਾਨਾਂ ਨਾਲ ਗੱਲਬਾਤ ਵੀ ਕਰ ਲੈਣਗੇ। ਮਨਪ੍ਰੀਤ ਨੇ ਕਿਹਾ ਕਿ ਇਹ ਮੇਰੇ ਪੇਕਿਆਂ ਨਾਲ ਕੀ ਗੱਲ ਕਰੇਗੀ, ਇਸ ਤੋਂ ਚੰਗਾ ਹੈ ਕਿ ਰਸੋਈ ਵਿੱਚ ਜਾ ਕੇ ਕੰਮ ਕਰ ਲਵੇ। ਇਹ ਕਹਿ ਕੇ ਮਨਪ੍ਰੀਤ ਚਲੀ ਗਈ। ਫਿਰ ਰਮਨ ਇਹ ਸੋਚ ਕੇ ਰਸੋਈ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਕਿ ਚਲੋ, ਵੀਰੇ ਭਾਬੀ ਦਾ ਘਰ ਹੀ ਹੈ, ਜੇ ਥੋੜ੍ਹਾ ਕੰਮ ਕਰ ਲਵਾਂਗੀ ਤਾਂ ਮੇਰਾ ਕੀ ਵਿਗੜ ਜਾਵੇਗਾ। ਵੈਸੇ ਵੀ ਫੰਕਸ਼ਨ ਵਾਲਾ ਘਰ ਹੈ ਤੇ ਕੰਮ ਵਿੱਚ ਮਦਦ ਤਾਂ ਕਰਨੀ ਹੀ ਚਾਹੀਦੀ ਹੈ। ਰਮਨ ਬੜੇ ਹੀ ਪਿਆਰ ਨਾਲ ਆਪਣੀ ਭਾਬੀ ਦੀ ਹੈਲਪ ਕਰਨ ਲੱਗ ਜਾਂਦੀ ਹੈ। ਪਰ ਮਨਪ੍ਰੀਤ ਜਾਣ-ਬੁੱਝ ਕੇ ਆਪਣੀ ਸੱਸ ਤੇ ਨਨਾਣ ਨੂੰ ਉਸ ਸਾਈਡ ਵੱਲ ਕੰਮ ਕਰਨ ਲਈ ਭੇਜਦੀ ਹੈ ਜਿੱਥੇ ਉਸ ਦੀਆਂ ਫਰੈਂਡਸ ਅਤੇ ਆਫਿਸ ਦਾ ਸਾਰਾ ਸਟਾਫ ਬੈਠਾ ਸੀ। ਮਨਪ੍ਰੀਤ ਬੋਲੀ, ਰਮਨ, ਮੇਰੀ ਉਸ ਫਰੈਂਡ ਨੂੰ ਕੋਲਡ ਡਰਿੰਕ ਦੇ ਦੇ, ਉਸ ਦਾ ਛੋਟਾ ਬੱਚਾ ਕਦੋਂ ਦਾ ਕੋਲਡ ਡਰਿੰਕ ਮੰਗ ਰਿਹਾ ਹੈ। ਰਮਨ ਜਦੋਂ ਕੋਲਡ ਡਰਿੰਕ ਲੈ ਕੇ ਜਾਂਦੀ ਹੈ ਤਾਂ ਉਹ ਬੱਚਾ ਹੱਥ ਮਾਰ ਕੇ ਕੋਲਡ ਡਰਿੰਕ ਡੋਲ ਦਿੰਦਾ ਹੈ। ਫਿਰ ਮਨਪ੍ਰੀਤ ਆਪਣੀ ਸੱਸ ਨੂੰ ਕਹਿੰਦੀ ਹੈ, ਜਾਓ ਪੋਚਾ ਲੈ ਕੇ ਉਹ ਜਗ੍ਹਾ ਸਾਫ਼ ਕਰ ਦਿਓ। ਚਰਨਜੀਤ ਕੌਰ ਜਿਵੇਂ ਹੀ ਪੋਚਾ ਲਗਾਉਣ ਲੱਗਦੀ ਹੈ ਤਾਂ ਕੋਲ ਹੀ ਬੈਠੀ ਮਨਪ੍ਰੀਤ ਦੀ ਸਹੇਲੀ ਕਹਿੰਦੀ ਹੈ ਕਿ ਮਨਪ੍ਰੀਤ, ਤੂੰ ਨਵੀਂ ਮੇਡ ਰੱਖ ਲਈ ਹੈ। ਦੋਨੋਂ ਹੀ ਮੇਡ ਨਵੀਆਂ ਲੱਗ ਰਹੀਆਂ ਹਨ। ਰਮਨ ਉਸ ਦੀ ਗੱਲ ਸੁਣ ਕੇ ਦੰਗ ਰਹਿ ਜਾਂਦੀ ਹੈ ਅਤੇ ਫਿਰ ਆਪਣੀ ਭਾਬੀ ਦੇ ਚਿਹਰੇ ਵੱਲ ਵੇਖਦੀ ਹੈ ਕਿ ਉਹ ਗੱਲ ਕਲੀਅਰ ਕਰੇਗੀ ਕਿ ਇਹ ਮੇਡ ਨਹੀਂ ਬਲਕਿ ਸਾਡੇ ਘਰ ਦਾ ਹੀ ਹਿੱਸਾ ਹਨ। ਪਰ ਮਨਪ੍ਰੀਤ ਦਾ ਜਵਾਬ ਸੁਣ ਕੇ ਦੋਵੇਂ ਜਣੀਆਂ ਦੰਗ ਰਹਿ ਜਾਂਦੀਆਂ ਹਨ।
ਮਨਪ੍ਰੀਤ ਕਹਿੰਦੀ ਹੈ, ਹਾਂ ਹਾਂ ਯਾਰ, ਇਹ ਦੋਵੇਂ ਹੀ ਨੌਕਰਾਣੀਆਂ ਨਵੀਆਂ ਰੱਖੀਆਂ ਹਨ। ਜ਼ਿਆਦਾ ਦਿਨ ਨਹੀਂ ਹੋਏ, ਸਿਰਫ 2 ਦਿਨਾਂ 'ਤੇ ਕੰਮ ਤੋਂ ਆ ਰਹੀਆਂ ਹਨ। ਦੋਵੇਂ ਮਾਵਾਂ ਧੀਆਂ ਇਕੱਠੀਆਂ ਹੀ ਆਉਂਦੀਆਂ ਹਨ। ਇਸ ਨਾਲ ਕੰਮ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ। ਸਾਰਾ ਕੰਮ ਫਟਾਫਟ ਹੋ ਜਾਂਦਾ ਹੈ। ਉਹ ਬੁੜੀਏ, ਜੇਕਰ ਫਰਸ਼ ਸਾਫ਼ ਹੋ ਗਿਆ ਤਾਂ ਸਾਡੇ ਸਾਰਿਆਂ ਲਈ ਨਾਸ਼ਤਾ ਲੈ ਕੇ ਆ। ਫਿਰ ਮਨਪ੍ਰੀਤ ਦੀ ਇੱਕ ਫਰੈਂਡ ਬੋਲੀ, ਓਹੋ ਮਨਪ੍ਰੀਤ, ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਦਰਅਸਲ ਮੇਰੀ ਕੰਮ ਵਾਲੀ ਵੀ ਪਿੰਡ ਗਈ ਹੋਈ ਆ। ਇਹਨਾਂ ਮਾਵਾਂ ਧੀਆਂ ਨੂੰ ਮੇਰੇ ਘਰ ਵੀ ਕੰਮ ਲਈ ਭੇਜ ਦਿਆ ਕਰ। ਰਮਨ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਉਹ ਆਪਣੀ ਮਾਂ ਦੇ ਹੱਥ ਵਿੱਚੋਂ ਪੋਚਾ ਫੜ ਕੇ ਪਰਾਂ ਸੁੱਟ ਦਿੰਦੀ ਹੈ ਤੇ ਆਪਣੀ ਮਾਂ ਦਾ ਹੱਥ ਫੜ ਕੇ ਕਮਰੇ ਵਿੱਚ ਆ ਜਾਂਦੀ ਹੈ। ਚਰਨਜੀਤ ਕੌਰ ਨੂੰ ਵੀ ਅੱਜ ਆਪਣੀ ਨੂੰਹ ਦੀ ਗੱਲ ਦਾ ਬਹੁਤ ਦੁੱਖ ਹੁੰਦਾ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਕਿਉਂਕਿ ਅਜੇ ਤੱਕ ਉਹ ਆਪਣੇ ਬੇਟੇ ਤੇ ਨੂੰਹ ਦਾ ਘਰ ਸਮਝ ਕੇ ਕੰਮ ਕਰ ਰਹੀ ਸੀ। ਪਰ ਅੱਜ ਸਭ ਦੇ ਸਾਹਮਣੇ ਮਨਪ੍ਰੀਤ ਨੇ ਉਹਨਾਂ ਨੂੰ ਨੌਕਰਾਣੀਆਂ ਕਹਿ ਕੇ ਬੁਲਾਇਆ ਹੈ। ਰਮਨ ਨੇ ਕਿਹਾ, ਮੰਮੀ, ਮੈਂ ਇੰਨੀ ਬੇਇੱਜ਼ਤੀ ਨਹੀਂ ਕਰਵਾ ਸਕਦੀ। ਭਾਬੀ ਨੇ ਸਾਨੂੰ ਇੱਥੇ ਬੁਲਾ ਕੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਹੈ। ਮੈਂ ਭਾਬੀ ਦੀ ਇਹ ਗੱਲ ਪੂਰੀ ਜ਼ਿੰਦਗੀ ਨਹੀਂ ਭੁੱਲਾਂਗੀ ਅਤੇ ਅੱਜ ਤੋਂ ਬਾਅਦ ਕਦੇ ਵੀ ਵੀਰੇ ਭਾਬੀ ਦੇ ਘਰ ਨਹੀਂ ਆਵਾਂਗੀ। ਇਸ ਵਾਰ ਚਰਨਜੀਤ ਕੌਰ ਵੀ ਰਮਨ ਦੀ ਗੱਲ ਨੂੰ ਨਹੀਂ ਟੋਕਦੀ ਹੈ, ਕਿਉਂਕਿ ਚਰਨਜੀਤ ਕੌਰ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਮੇਰੀ ਬੇਟੀ ਹੀ ਸਹੀ ਹੈ। ਅਗਲੇ ਦਿਨ ਦੋਵੇਂ ਮਾਂ ਬੇਟੀ ਬਿਨਾਂ ਕਿਸੇ ਨੂੰ ਕੁਝ ਕਹੇ ਘਰ ਵਾਪਸ ਚਲੀਆਂ ਜਾਂਦੀਆਂ ਹਨ। ਇੱਦਾਂ ਹੀ ਹੌਲੀ-ਹੌਲੀ 3 ਸਾਲ ਬੀਤ ਗਏ। ਇੱਕ ਦਿਨ ਮਨਪ੍ਰੀਤ ਬੈਠੀ ਗ੍ਰੀਨ ਟੀ ਪੀ ਰਹੀ ਸੀ ਤੇ ਨਾਲ-ਨਾਲ ਨਿਊਜ਼ਪੇਪਰ ਦੇਖ ਰਹੀ ਸੀ। ਉਸ ਦੀ ਨਜ਼ਰ ਪੇਪਰ 'ਤੇ ਛਪੀ ਆਪਣੀ ਨਨਾਣ ਦੀ ਫੋਟੋ 'ਤੇ ਜਾਂਦੀ ਹੈ, ਕਿਉਂਕਿ ਰਮਨ ਨੇ ਪੂਰੇ ਕਾਲਜ ਵਿੱਚੋਂ ਟੌਪ ਕੀਤਾ ਸੀ ਤੇ ਉਸ ਦੀ ਫੋਟੋ ਨਿਊਜ਼ਪੇਪਰ ਵਿੱਚ ਛਪੀ ਸੀ। ਫਿਰ ਮਨਪ੍ਰੀਤ ਭੱਜ ਕੇ ਉਹ ਪੇਪਰ ਗੁਰਵਿੰਦਰ ਨੂੰ ਦਿਖਾਉਂਦੀ ਹੈ ਅਤੇ ਕਹਿੰਦੀ ਹੈ, ਦੇਖੋ ਤੁਹਾਡੀ ਭੈਣ ਨੇ ਕਾਲਜ ਵਿੱਚੋਂ ਟੌਪ ਕੀਤਾ ਹੈ। ਹੁਣ ਮਨਪ੍ਰੀਤ ਨੂੰ ਇਹ ਚਿੰਤਾ ਖਾ ਰਹੀ ਸੀ ਕਿ ਰਮਨ ਕਾਲਜ ਵਿੱਚੋਂ ਟੌਪ ਕਿਵੇਂ ਕਰ ਗਈ। ਹੁਣ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ ਅਤੇ ਉਹ ਮੇਰੀ ਬਰਾਬਰੀ ਕਰੂਗੀ। ਇਹ ਗੱਲ ਕਨਫਰਮ ਕਰਨ ਲਈ ਮਨਪ੍ਰੀਤ ਆਪਣੇ ਪਤੀ ਗੁਰਵਿੰਦਰ ਤੋਂ ਆਪਣੀ ਮਾਂ ਨੂੰ ਫੋਨ ਲਵਾਉਂਦੀ ਹੈ ਤਾਂ ਅੱਗੋਂ ਚਰਨਜੀਤ ਕੌਰ ਆਪਣੇ ਪੁੱਤ ਨੂੰ ਖੁਸ਼ੀ-ਖੁਸ਼ੀ ਸਾਰੀ ਗੱਲ ਦੱਸ ਦਿੰਦੀ ਹੈ। ਹਾਂ ਹਾਂ ਬੇਟਾ, ਤੇਰੀ ਭੈਣ ਨੇ ਸਾਰੇ ਕਾਲਜ ਵਿੱਚੋਂ ਟੌਪ ਕੀਤਾ ਹੈ ਅਤੇ ਬਹੁਤ ਵਧੀਆ ਨੰਬਰ ਲੈ ਕੇ ਆਈ ਹੈ। ਹੋਰ ਤਾਂ ਹੋਰ, ਕਾਲਜ ਵਿੱਚ 3-4 ਕੰਪਨੀਆਂ ਵੱਲੋਂ ਵੀ ਤੇਰੀ ਭੈਣ ਨੂੰ ਜੌਬ ਲਈ ਆਫਰ ਮਿਲਿਆ ਹੈ। ਹੁਣ ਦੇਖੋ ਰਮਨ ਕਿੱਥੇ ਜੌਬ ਕਰਦੀ ਹੈ। ਇਹ ਸੁਣ ਕੇ ਮਨਪ੍ਰੀਤ ਦੇ ਪਸੀਨੇ ਛੁੱਟਣ ਲੱਗੇ ਕਿ ਉਹ ਪਿੰਡ ਦੀ ਅਨਪੜ੍ਹ ਗਵਾਰ ਲੜਕੀ ਕਾਲਜ ਵਿੱਚੋਂ ਕਿਵੇਂ ਟੌਪ ਕਰ ਗਈ ਅਤੇ ਹੁਣ ਉਸ ਨੂੰ ਨੌਕਰੀ ਵੀ ਮਿਲ ਜਾਵੇਗੀ। ਟੈਨਸ਼ਨ ਦੀ ਵਜ੍ਹਾ ਨਾਲ ਮਨਪ੍ਰੀਤ ਬਿਮਾਰ ਰਹਿਣ ਲੱਗਦੀ ਹੈ। ਉਹ ਇੰਨਾ ਬਿਮਾਰ ਹੋ ਜਾਂਦੀ ਹੈ ਕਿ ਉਸ ਨੂੰ ਆਫਿਸ ਵਿੱਚੋਂ 10 ਦਿਨ ਦੀ ਛੁੱਟੀ ਲੈਣੀ ਪੈਂਦੀ ਹੈ। ਤਬੀਅਤ ਠੀਕ ਹੋਣ ਤੋਂ ਬਾਅਦ ਮਨਪ੍ਰੀਤ ਘੁੰਮਣ ਦਾ ਪ੍ਰੋਗਰਾਮ ਬਣਾਉਂਦੀ ਹੈ ਅਤੇ ਫਿਰ ਆਫਿਸ ਵਿੱਚੋਂ 15 ਛੁੱਟੀਆਂ ਹੋਰ ਲੈਂਦੀ ਹੈ। ਕੁੱਲੂ ਮਨਾਲੀ ਘੁੰਮਣ ਲਈ ਚਲੀ ਜਾਂਦੀ ਹੈ। ਜਦੋਂ ਘੁੰਮ ਕੇ ਫਿਰ ਮਨਪ੍ਰੀਤ ਘਰ ਵਾਪਸ ਆਉਂਦੀ ਹੈ ਤਾਂ ਉਸ ਦੀ ਸਿਹਤ ਫਿਰ ਤੋਂ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਫਿਰ ਤੋਂ ਹੋਰ ਛੁੱਟੀਆਂ ਲੈਣੀਆਂ ਪੈਂਦੀਆਂ ਨੇ। ਇਸ ਤਰ੍ਹਾਂ ਮਨਪ੍ਰੀਤ ਦੀਆਂ ਦਫ਼ਤਰ ਵਿੱਚੋਂ ਕਾਫੀ ਛੁੱਟੀਆਂ ਹੋ ਜਾਂਦੀਆਂ ਹਨ। ਨਾ ਹੀ ਉਹ ਕੰਮ ਕਰਦੀ ਹੈ ਅਤੇ ਨਾ ਹੀ ਉਹ ਆਫਿਸ ਜਾ ਰਹੀ ਸੀ। ਇਸ ਤਰ੍ਹਾਂ ਮਨਪ੍ਰੀਤ ਦੀ ਵਜ੍ਹਾ ਕਰਕੇ ਆਫਿਸ ਵਿੱਚ ਪਰੇਸ਼ਾਨੀ ਹੋ ਰਹੀ ਸੀ। ਜੇਕਰ ਮਨਪ੍ਰੀਤ ਦਾ ਬੌਸ ਉਸ ਨੂੰ ਕੁਝ ਕਹਿ ਵੀ ਦਿੰਦਾ ਸੀ ਤਾਂ ਉਹ ਉਸ ਨੂੰ ਉਲਟਾ ਜਵਾਬ ਦਿੰਦੀ ਸੀ। ਇਸ ਲਈ ਉਸਦੇ ਬੌਸ ਨੇ ਉਸ ਨੂੰ ਜੌਬ ਤੋਂ ਕੱਢ ਦਿੱਤਾ। ਬਾਅਦ ਵਿੱਚ ਮਨਪ੍ਰੀਤ ਨੇ ਆਪਣੇ ਬੌਸ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਉਹਨਾਂ ਨੇ ਉਸ ਦੀ ਇੱਕ ਨਾ ਸੁਣੀ। ਮਨਪ੍ਰੀਤ ਦਾ ਸੁਭਾਅ ਸ਼ੁਰੂ ਤੋਂ ਹੀ ਆਕੜ ਵਾਲਾ ਸੀ। ਉਹ ਹਰ ਕਿਸੇ ਨਾਲ ਬਹੁਤ ਬੁਰਾ ਬਿਹੇਵ ਕਰਦੀ ਸੀ। ਹੁਣ ਮਨਪ੍ਰੀਤ ਘਰ ਵਿੱਚ ਬੈਠੀ ਸੀ ਅਤੇ ਕੋਈ ਵੀ ਕੰਮ ਨਹੀਂ ਕਰਦੀ ਸੀ। ਉਸ ਦੀ ਜੌਬ ਛੁੱਟ ਚੁੱਕੀ ਸੀ। ਇਸ ਦੀ ਟੈਨਸ਼ਨ ਵਿੱਚ ਉਹ ਬਿਮਾਰ ਰਹਿੰਦੀ ਹੈ ਅਤੇ ਉਸ ਨੂੰ ਹੋਰ ਕੋਈ ਨੌਕਰੀ ਨਹੀਂ ਮਿਲ ਰਹੀ ਸੀ। ਇੱਕ ਦਿਨ ਮਨਪ੍ਰੀਤ ਨੂੰ ਉਸ ਦੀ ਫਰੈਂਡ ਦਾ ਫੋਨ ਆਉਂਦਾ ਹੈ। ਮਨਪ੍ਰੀਤ, ਕਿੰਨੇ ਦਿਨ ਹੋ ਗਏ, ਤੂੰ ਆਫਿਸ ਕਿਉਂ ਨਹੀਂ ਆਉਂਦੀ? ਆਪਣੇ ਆਫਿਸ ਵਿੱਚ ਇੱਕ ਨਵੀਂ ਬੌਸ ਆ ਗਈ ਹੈ। ਮਨਪ੍ਰੀਤ ਨੇ ਕਿਹਾ, ਅੱਛਾ, ਨਵੀਂ ਬੌਸ ਆ ਗਈ ਹੈ, ਚਲੋ ਵਧੀਆ ਗੱਲ ਹੈ। ਪਹਿਲਾਂ ਵਾਲਾ ਬੌਸ ਤਾਂ ਮੈਨੂੰ ਵੀ ਪਸੰਦ ਨਹੀਂ ਸੀ। ਹੁਣ ਮੈਂ ਇਸ ਨਵੀਂ ਬੌਸ ਨਾਲ ਵਧੀਆ ਬਣਾ ਕੇ ਰੱਖਾਂਗੀ। ਤਾਂ ਮਨਪ੍ਰੀਤ ਦੀ ਸਹੇਲੀ ਨੇ ਕਿਹਾ, ਅੱਛਾ, ਹੁਣ ਫਿਰ ਤੂੰ ਕਦੋਂ ਆ ਰਹੀ ਹੈ? ਤਾਂ ਮਨਪ੍ਰੀਤ ਨੇ ਕਿਹਾ, ਹਾਂ ਹਾਂ, ਮੈਂ ਜਲਦੀ ਆਵਾਂਗੀ, ਬਸ ਮੇਰੀ ਤਬੀਅਤ ਠੀਕ ਹੋ ਜਾਵੇ। ਮਨਪ੍ਰੀਤ ਕਿਸੇ ਨੂੰ ਵੀ ਨਹੀਂ ਦੱਸਦੀ ਕਿ ਮੈਨੂੰ ਆਫਿਸ ਵਿੱਚੋਂ ਕੱਢ ਦਿੱਤਾ ਗਿਆ ਹੈ। ਫਿਰ ਉਹ ਖੁਸ਼ ਹੋ ਜਾਂਦੀ ਹੈ ਕਿ ਚਲੋ ਚੰਗਾ ਹੈ, ਆਫਿਸ ਵਿੱਚ ਨਵੀਂ ਬੌਸ ਆ ਗਈ ਹੈ। ਪਹਿਲਾਂ ਵਾਲਾ ਬੌਸ ਬਹੁਤ ਖੜੂਸ ਸੀ। ਮੇਰੀ ਉਸ ਨਾਲ ਬਿਲਕੁਲ ਵੀ ਨਹੀਂ ਬਣਦੀ ਸੀ, ਪਰ ਮੈਂ ਹੁਣ ਜਾ ਕੇ ਨਵੀਂ ਬੌਸ ਨੂੰ ਰਿਕੁਐਸਟ ਕਰਾਂਗੀ ਕਿ ਮੈਨੂੰ ਜੌਬ 'ਤੇ ਰੱਖ ਲਓ। ਮੈਂ ਕੱਲ੍ਹ ਹੀ ਆਫਿਸ ਜਾਵਾਂਗੀ। ਜਿਵੇਂ ਹੀ ਮਨਪ੍ਰੀਤ ਅਗਲੇ ਦਿਨ ਦਫ਼ਤਰ ਵਿੱਚ ਜਾਂਦੀ ਹੈ ਤਾਂ ਉਸ ਦੀ ਫਰੈਂਡ ਉਸ ਵੱਲ ਭੱਜ ਕੇ ਆਉਂਦੀ ਹੈ ਤੇ ਬੜੀ ਹੈਰਾਨੀ ਨਾਲ ਉਸ ਨੂੰ ਆ ਕੇ ਕਹਿੰਦੀ ਹੈ ਕਿ ਮਨਪ੍ਰੀਤ, ਤੂੰ ਜਾਣਦੀ ਹੈ ਆਪਣੇ ਆਫਿਸ ਦੀ ਬੌਸ ਕੌਣ ਹੈ? ਮਨਪ੍ਰੀਤ ਨੇ ਕਿਹਾ, ਨਹੀਂ, ਮੈਂ ਨਹੀਂ ਜਾਣਦੀ। ਤੂੰ ਦੱਸ, ਨਵੀਂ ਬੌਸ ਕੌਣ ਹੈ ਤੇ ਕਿਹੋ ਜਿਹੀ ਦਿਖਦੀ ਹੈ? ਤਾਂ ਮਨਪ੍ਰੀਤ ਦੀ ਫਰੈਂਡ ਨੇ ਕਿਹਾ, ਉਹੀ ਤਾਂ ਮੈਂ ਤੈਨੂੰ ਦੱਸਣ ਲੱਗੀ ਹਾਂ
ਕਿ ਆਪਣੀ ਨਵੀਂ ਬੌਸ ਕੋਈ ਹੋਰ ਨਹੀਂ ਬਲਕਿ ਤੇਰੇ ਘਰੇ ਕੰਮ ਕਰਨ ਵਾਲੀ ਨੌਕਰਾਨੀ ਦੀ ਬੇਟੀ ਹੈ। ਮੈਂ ਤਾਂ ਪੂਰੀ ਰਾਤ ਇਹ ਸੋਚ-ਸੋਚ ਕੇ ਪਰੇਸ਼ਾਨ ਹੁੰਦੀ ਰਹੀ ਕਿ ਨੌਕਰਾਨੀ ਦੀ ਬੇਟੀ ਨੇ ਪੜ੍ਹਾਈ ਕਿਵੇਂ ਕੀਤੀ ਹੋਵੇਗੀ। ਆਪਣੀ ਫਰੈਂਡ ਦੀ ਗੱਲ ਸੁਣ ਕੇ ਮਨਪ੍ਰੀਤ ਬਹੁਤ ਹੈਰਾਨ ਹੋਈ। ਉਸਨੇ ਆਪਣੀ ਫਰੈਂਡ ਨੂੰ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਉਹ ਪਿੰਡ ਦੀ ਅਨਪੜ੍ਹ ਗਵਾਰ ਬੁੱਢੀ ਦੀ ਕੁੜੀ ਆਪਣੇ ਹੀ ਆਫਿਸ ਦੀ ਬੌਸ ਕਿਵੇਂ ਬਣ ਸਕਦੀ ਹੈ? ਨਹੀਂ ਨਹੀਂ ਸੀਮਾ, ਤੈਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ। ਉਹ ਨਹੀਂ, ਕੋਈ ਹੋਰ ਹੋਵੇਗੀ। ਤਾਂ ਸੀਮਾ ਨੇ ਕਿਹਾ, ਨਹੀਂ ਮਨਪ੍ਰੀਤ, ਉਹੀ ਕੁੜੀ ਹੈ। ਤੂੰ ਮੈਨੂੰ ਆਪ ਤਾਂ ਉਸ ਨਾਲ ਮਿਲਾਇਆ ਸੀ। ਮਨਪ੍ਰੀਤ ਨੇ ਕਿਹਾ, ਅੱਛਾ ਠੀਕ ਹੈ, ਮੈਨੂੰ ਨਵੀਂ ਬੌਸ ਦੇ ਕੈਬਿਨ ਵਿੱਚ ਲੈ ਕੇ ਚੱਲ। ਸੀਮਾ ਜਿਵੇਂ ਹੀ ਮਨਪ੍ਰੀਤ ਨੂੰ ਲੈ ਕੇ ਜਾਂਦੀ ਹੈ ਅਤੇ ਕੈਬਿਨ ਦਾ ਦਰਵਾਜ਼ਾ ਖੋਲ੍ਹਦੀ ਹੈ ਤਾਂ ਸਾਹਮਣੇ ਕੁਰਸੀ ਤੇ ਉਸਦੀ ਨਨਾਣ ਰਮਨ ਬੈਠੀ ਹੁੰਦੀ ਹੈ। ਮਨਪ੍ਰੀਤ ਰਮਨ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤੇ ਕਹਿੰਦੀ ਹੈ, ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਮੈਂ ਜ਼ਰੂਰ ਕੋਈ ਸੁਪਨਾ ਦੇਖ ਰਹੀ ਹਾਂ। ਮਨਪ੍ਰੀਤ ਬਿਨਾਂ ਰਮਨ ਨਾਲ ਕੋਈ ਗੱਲਬਾਤ ਕੀਤੇ ਵਾਪਸ ਆ ਜਾਂਦੀ ਹੈ। ਉਧਰ ਰਮਨ ਵੀ ਆਪਣੇ ਕੰਮ ਵਿੱਚ ਬਿਜੀ ਸੀ। ਉਸ ਨੂੰ ਵੀ ਨਹੀਂ ਪਤਾ ਲੱਗਿਆ ਕਿ ਦਰਵਾਜ਼ੇ ਤੇ ਕੌਣ ਆਇਆ। ਹੁਣ ਤਾਂ ਜੋ ਬਸ ਅੱਖਾਂ ਦੇ ਸਾਹਮਣੇ ਸੀ ਉਹੀ ਸੱਚ ਸੀ। ਫਿਰ ਮਨਪ੍ਰੀਤ ਸਾਰੇ ਆਫਿਸ ਵਿੱਚ ਇਹ ਮਾਹੌਲ ਬਣਾਉਂਦੀ ਹੈ ਤੇ ਸਾਰਿਆਂ ਨੂੰ ਦੱਸਦੀ ਹੈ ਕਿ ਜੋ ਨਵੀਂ ਬੌਸ ਆਈ ਹੈ ਉਹ ਮੇਰੀ ਨਨਾਣ ਹੈ ਅਤੇ ਮੈਂ ਹੀ ਉਸਦੇ ਪੈਸੇ ਖਰਚ ਕਰਕੇ ਉਸਨੂੰ ਪੜ੍ਹਾਇਆ ਲਿਖਾਇਆ ਅਤੇ ਇਸ ਕਾਬਲ ਬਣਾਇਆ ਹੈ। ਹੁਣ ਤੁਸੀਂ ਵੀ ਮੇਰੇ ਨਾਲ ਹਿਸਾਬ ਨਾਲ ਪੇਸ਼ ਆਉਣਾ, ਕਿਉਂਕਿ ਹੁਣ ਮੈਂ ਤੁਹਾਡੀ ਬੌਸ ਦੀ ਭਾਬੀ ਹਾਂ। ਉਦੋਂ ਹੀ ਰਮਨ ਕਿਸੇ ਕੰਮ ਲਈ ਆਪਣੇ ਆਫਿਸ ਵਿੱਚੋਂ ਬਾਹਰ ਆਉਂਦੀ ਹੈ। ਜਦੋਂ ਉਸਨੇ ਸੁਣਿਆ ਕਿ ਮੇਰੀ ਭਾਬੀ ਸਭ ਨੂੰ ਝੂਠ ਬੋਲ ਰਹੀ ਹੈ ਤਾਂ ਰਮਨ ਗੁੱਸੇ ਵਿੱਚ ਕਹਿੰਦੀ ਹੈ, ਮਨਪ੍ਰੀਤ ਜੀ, ਇਹ ਮੇਰਾ ਦਫ਼ਤਰ ਹੈ, ਤੁਹਾਡਾ ਘਰ ਨਹੀਂ। ਜੋ ਮੂੰਹ ਵਿੱਚ ਆਇਆ ਬੋਲੇਂਗੀ। ਮੈਂ ਨਹੀਂ ਜਾਣਦੀ ਸੀ ਕਿ ਤੂੰ ਮੇਰੇ ਆਫਿਸ ਵਿੱਚ ਹੀ ਕੰਮ ਕਰਦੀ ਹੈ। ਤਾਂ ਮਨਪ੍ਰੀਤ ਨੇ ਅੱਗੋਂ ਕਿਹਾ, ਓਹੋ ਰਮਨ, ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਮੈਂ ਤੇਰੀ ਭਾਬੀ ਹਾਂ। ਰਮਨ ਨੇ ਕਿਹਾ, ਕੌਣ ਭਾਬੀ? ਕਿਹੜੀ ਭਾਬੀ? ਮੈਂ ਤੈਨੂੰ ਨਹੀਂ ਜਾਣਦੀ। ਫਿਰ ਮਨਪ੍ਰੀਤ ਰਮਨ ਦੇ ਕੋਲ ਜਾਂਦੀ ਹੈ ਤੇ ਹੌਲੀ ਜਿਹੇ ਬੋਲਦੀ ਹੈ, ਰਮਨ ਪਲੀਜ਼ ਇਸ ਤਰ੍ਹਾਂ ਨਾ ਕਰ। ਮੈਨੂੰ ਪੁਰਾਣੇ ਬੌਸ ਨੇ ਜੌਬ ਤੋਂ ਕੱਢ ਦਿੱਤਾ ਸੀ। ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਮੈਨੂੰ ਜੌਬ ਤੇ ਰੱਖ ਲੈ। ਰਮਨ ਨੇ ਕਿਹਾ, ਭਾਬੀ ਤੈਨੂੰ ਪੁਰਾਣੇ ਬੌਸ ਨੇ ਜੌਬ ਤੋਂ ਕੱਢ ਦਿੱਤਾ ਸੀ, ਇਹ ਤਾਂ ਉਹਨਾਂ ਨੇ ਬਹੁਤ ਵਧੀਆ ਕੀਤਾ, ਨਹੀਂ ਤਾਂ ਮੈਂ ਤੈਨੂੰ ਇੱਥੇ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਕਰ ਸਕਦੀ ਸੀ। ਪਰ ਜਦੋਂ ਤੈਨੂੰ ਬੌਸ ਨੇ ਜੌਬ ਤੋਂ ਕੱਢ ਦਿੱਤਾ ਸੀ ਤਾਂ ਹੁਣ ਤੂੰ ਆਫਿਸ ਵਿੱਚ ਕੀ ਕਰ ਰਹੀ ਹੈ? ਬਾਹਰ ਨਿਕਲ ਜਾ ਮੇਰੇ ਆਫਿਸ ਵਿੱਚੋਂ। ਨਵੀਂ ਬੌਸ ਦੀ ਇਹ ਗੱਲ ਸੁਣ ਕੇ ਸਾਰਾ ਸਟਾਫ ਬਹੁਤ ਖੁਸ਼ ਹੋ ਜਾਂਦਾ ਹੈ, ਕਿਉਂਕਿ ਪਹਿਲਾਂ ਹੀ ਮਨਪ੍ਰੀਤ ਤੋਂ ਸਾਰਾ ਸਟਾਫ ਬਹੁਤ ਪਰੇਸ਼ਾਨ ਸੀ। ਉਹ ਹਰ ਸਮੇਂ ਆਪਣੀ ਹੀ ਆਕੜ ਦਿਖਾਉਂਦੀ ਰਹਿੰਦੀ ਸੀ। ਫਿਰ ਮਨਪ੍ਰੀਤ ਘਰ ਜਾ ਕੇ ਸਾਰੀ ਗੱਲ ਗੁਰਵਿੰਦਰ ਨੂੰ ਦੱਸਦੀ ਹੈ ਅਤੇ ਫਿਰ ਗੁਰਵਿੰਦਰ ਬੜੀ ਉਮੀਦ ਨਾਲ ਆਪਣੀ ਮਾਂ ਨੂੰ ਫੋਨ ਕਰਦਾ ਹੈ। ਤਾਂ ਉਸਦੀ ਮਾਂ ਨੇ ਕਿਹਾ, ਮੈਂ ਹੁਣ ਕੁਝ ਨਹੀਂ ਕਰ ਸਕਦੀ। ਇਹ ਤਾਂ ਚੰਗਾ ਹੋਇਆ ਕਿ ਰਮਨ ਨੇ ਮਨਪ੍ਰੀਤ ਨਾਲ ਇੱਜ਼ਤ ਨਾਲ ਗੱਲ ਕੀਤੀ ਹੈ, ਪਰ ਬਹੂ ਨੇ ਤਾਂ ਸਾਨੂੰ ਦੋਹਾਂ ਨੂੰ ਘਰ ਦੀਆਂ ਨੌਕਰਾਣੀਆਂ ਦੱਸਿਆ ਸੀ। ਹੁਣ ਮੇਰੇ ਕੋਲ ਤੇਰੇ ਨਾਲ ਗੱਲ ਕਰਨ ਦਾ ਜ਼ਿਆਦਾ ਟਾਈਮ ਨਹੀਂ ਹੈ। ਮੈਂ ਕਿਤੇ ਜਾ ਰਹੀ ਹਾਂ। ਤਾਂ ਗੁਰਵਿੰਦਰ ਬੋਲਿਆ, ਮਾਂ ਤੁਸੀਂ ਕਿੱਥੇ ਜਾ ਰਹੇ ਹੋ? ਤਾਂ ਉਸਦੀ ਮਾਂ ਨੇ ਕਿਹਾ, ਰਮਨ ਨੇ ਆਪਣੀ ਪਹਿਲੀ ਸੈਲਰੀ ਵਿੱਚੋਂ ਮੇਰੇ ਲਈ ਤੀਰਥ ਯਾਤਰਾ ਦੀਆਂ ਟਿਕਟਾਂ ਕਰਵਾਈਆਂ ਹਨ ਅਤੇ ਮੈਂ ਤੀਰਥ ਯਾਤਰਾ 'ਤੇ ਜਾ ਰਹੀ ਹਾਂ। ਤਾਂ ਗੁਰਵਿੰਦਰ ਨੇ ਕਿਹਾ, ਮਾਂ ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਿਆ ਹਾਂ। ਤੁਹਾਡੀ ਨੂੰਹ ਮਨਪ੍ਰੀਤ ਦੀ ਤਾਂ ਪਹਿਲਾਂ ਹੀ ਨੌਕਰੀ ਜਾ ਚੁੱਕੀ ਹੈ ਅਤੇ ਹੁਣ ਕੰਪਨੀ ਨੇ ਮੈਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਹੈ। ਪਲੀਜ਼ ਮਾਂ, ਤੁਸੀਂ ਰਮਨ ਨੂੰ ਕਹੋ ਕਿ ਉਹ ਸਾਨੂੰ ਦੋਹਾਂ ਨੂੰ ਆਪਣੀ ਕੰਪਨੀ ਵਿੱਚ ਜੌਬ ਦੇ ਦੇਵੇ। ਸਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ। ਅਸੀਂ ਘਰ ਖਰੀਦਣ ਲਈ ਇੱਕ ਬੈਂਕ ਤੋਂ ਲੋਨ ਲਿਆ ਸੀ ਅਤੇ ਕਾਰ ਵੀ ਲੋਨ 'ਤੇ ਹੀ ਖਰੀਦੀ ਹੈ। ਜੇ ਅਸੀਂ ਸਮੇਂ ਸਿਰ ਕਿਸ਼ਤ ਨਾ ਦਿੱਤੀ ਤਾਂ ਬੈਂਕ ਵਾਲੇ ਸਾਡਾ ਘਰ ਅਤੇ ਕਾਰ ਦੋਵੇਂ ਲੈ ਲੈਣਗੇ। ਪਲੀਜ਼ ਮਾਂ, ਰਮਨ ਨੂੰ ਕਹੋ ਕਿ ਉਹ ਸਾਡੀ ਮਦਦ ਕਰੇ। ਅੱਜ ਫੇਰ ਰਮਨ ਆਪਣੀ ਮਾਂ ਤੋਂ ਫੋਨ ਫੜ ਕੇ ਆਪਣੇ ਭਰਾ ਨਾਲ ਗੱਲ ਕਰਦੀ ਹੈ ਤੇ ਕਹਿੰਦੀ ਹੈ, ਵੀਰੇ ਅੱਜ ਸਮਾਂ ਬਦਲ ਚੁੱਕਿਆ ਹੈ। ਕਦੇ ਉਹ ਸਮਾਂ ਸੀ ਜਦੋਂ ਮਾਂ ਨੇ ਤੁਹਾਡੇ ਤੋਂ ਤੀਰਥ ਯਾਤਰਾ 'ਤੇ ਜਾਣ ਲਈ ਕੁਝ ਪੈਸੇ ਮੰਗੇ ਸਨ ਤਾਂ ਤੁਸੀਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਅੱਜ ਤੁਸੀਂ ਮਦਦ ਮੰਗ ਰਹੇ ਹੋ ਤੇ ਹੁਣ ਮੇਰਾ ਜਵਾਬ ਵੀ ਉਹੀ ਹੈ। ਮੇਰੇ ਕੋਲ ਪੈਸੇ ਤਾਂ ਬਹੁਤ ਹਨ, ਕਿਉਂਕਿ ਮੈਂ ਪੈਸੇ ਦੀ ਕਮੀ ਕਹਿ ਕੇ ਪੈਸਿਆਂ ਦਾ ਅਪਮਾਨ ਨਹੀਂ ਕਰਾਂਗੀ, ਪਰ ਤੁਹਾਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਦੇਵਾਂਗੀ। ਵੀਰੇ ਤੂੰ ਅਤੇ ਭਾਬੀ ਨੇ ਸਾਨੂੰ ਦੋਹਾਂ ਨੂੰ ਘਰ ਬੁਲਾ ਕੇ ਮੇਰੀ ਮਾਂ ਦਾ ਅਪਮਾਨ ਕੀਤਾ ਸੀ, ਉਹ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗੀ। ਫਿਰ ਗੁਰਵਿੰਦਰ ਗੁੱਸੇ ਵਿੱਚ ਆਪਣੀ ਮਾਂ ਨੂੰ ਕਹਿੰਦਾ ਹੈ, ਹੁਣ ਤਾਂ ਮਾਂ ਤੂੰ ਆਪਣੀ ਬੇਟੀ ਦੀ ਜੌਬ ਦੇ ਸਿਰ ਤੇ ਆਕੜ ਦਿਖਾ ਰਹੀ ਹੈ, ਪਰ ਜਦੋਂ ਤੇਰੀ ਇਸ ਬੇਟੀ ਦਾ ਵਿਆਹ ਹੋ ਗਿਆ ਮੇਰੇ ਕੋਲ ਹੀ ਆਵੇਂਗੀ, ਫਿਰ ਮੈਂ ਤੈਨੂੰ ਪੁੱਛਾਂਗਾ ਕਿ ਹੁਣ ਤੇਰੀ ਬੇਟੀ ਕਿੱਥੇ ਹੈ। ਰਮਨ ਨੇ ਕਿਹਾ, ਵੀਰੇ ਤੁਹਾਨੂੰ ਮਾਂ ਨੂੰ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ। ਵਿਆਹ ਤੋਂ ਬਾਅਦ ਵੀ ਮੈਂ ਮਾਂ ਨੂੰ ਆਪਣੇ ਨਾਲ ਹੀ ਰੱਖਾਂਗੀ, ਕਿਉਂਕਿ ਮੈਂ ਵਿਆਹ ਹੀ ਅਜਿਹੇ ਮੁੰਡੇ ਨਾਲ ਕਰਵਾਵਾਂਗੀ ਜੋ ਮੇਰੀ ਮਾਂ ਨੂੰ ਨਾਲ ਰੱਖਣ ਲਈ ਤਿਆਰ ਹੋ ਜਾਵੇ, ਨਹੀਂ ਤਾਂ ਮੈਂ ਵਿਆਹ ਹੀ ਨਹੀਂ ਕਰਵਾਵਾਂਗੀ। ਮੇਰੀ ਜਿੱਦ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ।
ਮੈਨੂੰ ਅਤੇ ਮੇਰੀ ਮਾਂ ਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ ਹੈ ਅਤੇ ਤੁਸੀਂ ਵੀ ਸਾਡੇ ਤੋਂ ਕੋਈ ਉਮੀਦ ਨਾ ਰੱਖਣਾ। ਇਹ ਕਹਿ ਕੇ ਰਮਨ ਫੋਨ ਕੱਟ ਦਿੰਦੀ ਹੈ। ਸੋ ਦੋਸਤੋ, ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਉਹ ਹਮੇਸ਼ਾ ਬਦਲਦਾ ਰਹਿੰਦਾ ਹੈ। ਜੇਕਰ ਅੱਜ ਤੁਹਾਡੇ 'ਤੇ ਮਾੜਾ ਸਮਾਂ ਚੱਲ ਰਿਹਾ ਹੈ ਤਾਂ ਕੱਲ੍ਹ ਚੰਗਾ ਵੀ ਜ਼ਰੂਰ ਆਵੇਗਾ, ਅਤੇ ਜੇਕਰ ਅੱਜ ਸਾਡੇ 'ਤੇ ਚੰਗਾ ਸਮਾਂ ਹੈ ਤਾਂ ਸਾਨੂੰ ਉਸ ਦਾ ਘਮੰਡ ਨਹੀਂ ਕਰਨਾ ਚਾਹੀਦਾ। ਸਮਾਂ ਕਦੋਂ ਬਦਲ ਜਾਵੇ ਇਹ ਪਤਾ ਨਹੀਂ ਲੱਗਦਾ। ਸੋ ਦੋਸਤੋ, ਕਹਾਣੀ ਕਿਹੋ ਜਿਹੀ ਲੱਗੀ ਅਤੇ ਰਮਨ ਨੇ ਆਪਣੇ ਭਰਾ ਭਾਬੀ ਨਾਲ ਸਹੀ ਕੀਤਾ ਜਾਂ ਗਲਤ, ਕਮੈਂਟ ਕਰਕੇ ਜ਼ਰੂਰ ਦੱਸਣਾ। ਜਲਦ ਮਿਲਦੇ ਹਾਂ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ। ਪੂਰੀ ਕਹਾਣੀ ਦੇਖਣ ਲਈ ਤਹਿ ਦਿਲ ਤੋਂ ਧੰਨਵਾਦ ਜੀ।